ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਇੱਕ ਐਸੇ ਵੀਜ਼ਾ ਬਾਰੇ ਗੱਲ ਕਰਨ ਵਾਲੇ ਹਾਂ ਜਿਸ ਨੂੰ ਲੱਖਾਂ ਲੋਕ ਅਪਲਾਈ ਕਰਦੇ ਹਨ। ਹਾਂਜੀ, ਮੈਂ USA ਦੇ B1 B2 ਵੀਜ਼ਾ ਬਾਰੇ ਗੱਲ ਕਰ ਰਿਹਾ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਲੱਗਦਾ ਹੈ ਇਕੱਲਾ ਵਿਜ਼ਟਰ ਵੀਜ਼ਾ ਹੈ ਕਿ ਲੋਕ ਉੱਥੇ ਘੁੰਮ ਫਿਰ ਕੇ ਵਾਪਸ ਆਉਣ ਲਈ ਵੀਜ਼ਾ ਅਪਲਾਈ ਕਰਦੇ ਹਨ। ਨਹੀਂ, ਐਕਚੁਅਲੀ B1 B2 ਦੋ ਤਰ੍ਹਾਂ ਦੀਆਂ ਡਿਫਰੈਂਟ ਕੈਟਾਗਰੀਜ਼ ਹਨ। ਸੋ B1 ਵੀਜ਼ਾ ਇਜ਼ ਫॉर ਦਾ ਬਿਜ਼ਨਸ ਪਰਪਸ ਐਂਡ ਜਿਹੜਾ B2 ਵੀਜ਼ਾ ਹੈਗਾ ਉਹ ਹੈ ਟੂਰਿਜ਼ਮ ਜਾਂ ਵਿਜ਼ਟਰ ਪਰਪਸ ਲਈ। ਸੋ ਬਿਜ਼ਨਸ ਪਰਪਸ ਦਾ ਮਤਲਬ ਕੀ ਹੈ? ਬਿਜ਼ਨਸ ਪਰਪਸ ਦਾ ਮਤਲਬ ਹੈ ਕਿ ਲੈਟਸ ਸਪੋਜ਼ ਤੁਸੀਂ ਕੋਈ ਬਿਜ਼ਨਸਮੈਨ ਹੋ, ਤੁਸੀਂ US ਵਿੱਚ ਕੋਈ ਐਗਜ਼ੀਬਿਸ਼ਨ ਅਟੈਂਡ ਕਰਨ ਜਾ ਰਹੇ ਹੋ, ਕੋਈ ਈਵੈਂਟ ਅਟੈਂਡ ਕਰਨ ਜਾ ਰਹੇ ਹੋ, ਕੋਈ ਤੁਹਾਡੀ ਮੀਟਿੰਗ ਹੈ, ਕੋਈ ਤੁਹਾਡੀ ਕਾਨਫਰੰਸ ਹੈ। ਸੋ ਇਹਨੂੰ ਤੁਸੀਂ B1 ਦੀ ਕੈਟਾਗਰੀ ਚ ਲਾਓਗੇ, ਦੈਟ ਇਜ਼ ਫॉर ਦਾ ਬਿਜ਼ਨਸ ਟ੍ਰਿਪਸ। ਐਂਡ ਸੈਕਿੰਡ ਆਉਂਦਾ ਆਪਣਾ B2 ਜਿਹੜਾ ਵੀਜ਼ਾ ਹੁੰਦਾ ਵਿਜ਼ਟਰ ਪਰਪਸ ਲਈ ਜਾਂ ਟੂਰਿਜ਼ਮ ਪਰਪਸ ਲਈ। ਜਿਵੇਂ ਕਿ ਮੰਨ ਲਓ ਵਿਜ਼ਟਰ ਦੇ ਵਿੱਚ ਕੈਟਾਗਰੀਜ਼ ਤੁਹਾਡੇ ਅੰਕਲ ਉੱਥੇ ਰਹਿੰਦੇ ਹਨ, ਤੁਹਾਡੀ ਸਿਸਟਰ ਰਹਿੰਦੀ ਹੈ, ਤੁਹਾਡੇ ਮਦਰ ਫਾਦਰ ਜਾਂ ਕੋਈ ਵੀ ਉੱਥੇ ਰਹਿੰਦਾ ਹੈ, ਤੁਹਾਡੇ ਮਾਮਾ ਜੀ ਉੱਥੇ ਰਹਿੰਦੇ, ਤੁਸੀਂ ਉਹਨਾਂ ਨੂੰ ਮਿਲਣ ਜਾ ਰਹੇ ਹੋ। ਸੋ ਇਹਨੂੰ ਕਿਹਾ ਜਾਂਦਾ ਹੈ ਵਿਜ਼ਟਰ ਵੀਜ਼ਾ। ਸੈਕਿੰਡ ਇਜ਼ ਦਾ ਟੂਰਿਸਟ ਵੀਜ਼ਾ, ਜਿਸ ਵਿੱਚ ਤੁਸੀਂ ਸਿਰਫ ਟੂਰਿਜ਼ਮ ਦੇ ਪਰਪਸ ਲਈ ਜਾ ਰਹੇ ਹੋ। ਦੈਟ ਮੀਨਸ ਤੁਸੀਂ US ਵਿੱਚ ਘੁੰਮਣਾ ਚਾਹੁੰਦੇ ਹੋ, ਤੁਸੀਂ ਜਿਹੜੀਆਂ ਅੱਛੀਆਂ ਡੈਸਟੀਨੇਸ਼ਨਸ ਹੈਗੀਆਂ ਉਹ US ਵਿੱਚ ਜਾ ਕੇ ਦੇਖਣਾ ਚਾਹੁੰਦੇ ਹੋ। ਸੋ ਆਈ ਹੋਪ ਤੁਹਾਨੂੰ ਇੱਕ ਕੈਟਾਗਰੀ ਕਲੀਅਰ ਹੋਗੀ ਕਿ B1 ਵੀਜ਼ਾ ਕਿਸ ਕੈਟਾਗਰੀ 'ਚ ਹੈ, B2 ਕਿਹਦੇ ਵਿੱਚ ਹੈ। ਨਾਰਮਲੀ ਜੇ ਆਪਾਂ ਗੱਲ ਕਰੀਏ, ਜੇ ਲੱਖਾਂ ਲੋਕ ਅਪਲਾਈ ਕਰਦੇ ਹਨ ਉਹਨਾਂ ਵਿੱਚ ਕੋਈ 100 ਜਾਂ ਹਜ਼ਾਰਾਂ ਨੂੰ ਹੀ ਵੀਜ਼ਾ ਮਿਲਦਾ ਹੈ। ਇੱਦਾਂ ਕਿਉਂ? ਬਿਕੋਜ਼ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਵੀਜ਼ਾ ਕੋਈ ਵੀ ਅਪਲਾਈ ਕਰ ਸਕਦਾ ਹੈ। ਇਹ ਵੀਜ਼ਾ ਦਾ ਪ੍ਰੋਸੈਸ ਬਹੁਤ ਆਸਾਨ ਹੈ ਅਤੇ ਉਹ ਆਪਣੇ ਸੈਲਫ ਐਪਲੀਕੇਸ਼ਨ ਕਰਕੇ ਜਾਂ ਆਪ ਹੀ ਸਾਰਾ ਕੁਝ ਕਰਕੇ ਐਟ ਦੀ ਐਂਡ ਰਿਫਿਊਜ਼ਲ ਲੈ ਲੈਂਦੇ ਹਨ। ਸੋ ਇਹਨਾਂ ਹੀ ਮੁੱਦਿਆਂ ਤੇ ਅੱਜ ਆਪਾਂ ਗੱਲ ਕਰਨੀ ਹੈ ਕਿ ਸਹੀ ਤਰੀਕਾ ਕੀ ਹੈ, ਕਿਸ ਤਰੀਕੇ ਨਾਲ ਤੁਹਾਨੂੰ USA ਦਾ B1 B2 ਵੀਜ਼ਾ ਮਿਲ ਸਕਦਾ ਹੈ। ਦੇਖੋ, ਨਾਰਮਲੀ ਜੇ ਆਪਾਂ ਗੂਗਲ ਦੀ ਗੱਲ ਕਰੀਏ, ਗੂਗਲ ਕੀ ਪ੍ਰੋਸੈਸ ਦੱਸਦਾ ਹੈ? ਗੂਗਲ ਦਾ ਪ੍ਰੋਸੈਸ ਬੜਾ ਹੀ ਸਿੰਪਲ ਹੈ ਕਿ ਨਾਰਮਲੀ ਜਦੋਂ ਆਪਾਂ ਵੀਜ਼ਾ ਲਈ ਟਰਾਈ ਕਰਨਾ ਵਾ, ਗੂਗਲ ਸਰਚ ਕਰਦੇ ਹਾਊ ਟੂ ਅਪਲਾਈ ਫॉर B1 B2 ਵੀਜ਼ਾ। ਸੋ ਗੂਗਲ ਕੀ ਦੱਸਦਾ ਹੈ ਕਿ ਸਭ ਤੋਂ ਪਹਿਲਾਂ ਐਮਬੈਸੀ ਦੀ ਫੀਸ ਪੇ ਕਰ ਦਿਓ $185, ਫਿਰ DS-160 ਫਾਰਮ ਫਿਲ ਕਰ ਦਿਓ, ਫਿਰ ਅਪਾਇੰਟਮੈਂਟ ਪਿਕ ਕਰ ਲਓ ਤੇ ਜਾ ਕੇ ਰਿਫਿਊਜ਼ਲ ਲੈ ਆਓ। ਸੋ ਇੱਕ ਵਧੀਆ ਤਰੀਕੇ ਨਾਲ ਜੇ B1 B2 ਦਾ ਕੇਸ ਅਪਲਾਈ ਕੀਤਾ ਹੋਵੇ, ਰਿਫਿਊਜ਼ਲ ਦੇ ਚਾਂਸਸ ਬਹੁਤ ਘੱਟ ਹਨ, ਕਿਉਂਕਿ USA ਇੱਕ ਐਸੀ ਕੰਟਰੀ ਹੈ ਜਿਹੜੀ ਪੇਪਰ ਵਰਕ ਤੇ ਜ਼ਿਆਦਾ ਬਿਲੀਵ ਨਹੀਂ ਕਰਦੀ। ਜੋ ਤੁਸੀਂ ਉੱਥੇ ਜਾ ਕੇ ਬੋਲਦੇ ਹੋ ਉਹਦੇ ਤੇ ਜ਼ਿਆਦਾ ਬਿਲੀਵ ਕਰਦੀ ਹੈ। ਬਟ ਦਾ ਮੂਮੈਂਟ ਵੈਨ ਆਈ ਸੇ ਕਿ ਪੇਪਰ ਵਰਕ ਤੇ ਜ਼ਿਆਦਾ ਬਿਲੀਵ ਨਹੀਂ ਕਰਦੀ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ DS-160 ਫਾਰਮ 'ਚ ਕੁਛ ਵੀ ਭਰ ਦਿਓ। ਇਹ ਪੂਰੇ ਪ੍ਰੋਸੈਸ ਦੇ ਵਿੱਚ ਕੁਝ ਚੀਜ਼ਾਂ ਹਨ ਜਿਹੜੀਆਂ ਤੁਸੀਂ ਖਾਸ ਧਿਆਨ ਰੱਖਣੀਆਂ ਹਨ। ਪਹਿਲੀ ਚੀਜ਼ ਕੀ ਹੈ ਕਿ ਤੁਹਾਡਾ ਭਰਿਆ ਹੋਇਆ DS-160 ਫਾਰਮ, ਇਹ ਡਿਪਾਰਟਮੈਂਟ ਆਫ ਸਟੇਟਸ ਦਾ ਫਾਰਮ ਹੁੰਦਾ ਹੈ ਜਿਹਦੇ ਵਿੱਚ ਆਪਾਂ ਹਰ ਇੱਕ ਡੈਕਲੇਰੇਸ਼ਨ ਦਿੰਦੇ ਆ ਆਪਣੀ ਪ੍ਰੋਫਾਈਲ ਬਾਰੇ। ਮਤਲਬ ਕਿ ਤੁਹਾਡੀ ਪ੍ਰੋਫਾਈਲ ਕੀ ਹੈ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਕਿਹੜੀ ਕੰਟਰੀ ਦੇ ਸਿਟੀਜ਼ਨ ਹੋ, ਤੁਸੀਂ ਕੋਈ ਪਹਿਲਾਂ ਵੀਜ਼ਾ ਲਿਆ ਹੈ ਕਿ ਨਹੀਂ ਲਿਆ, ਤੁਸੀਂ ਜੇ ਕਿਸੇ ਬਿਜ਼ਨਸ ਟ੍ਰਿਪ ਤੇ ਜਾ ਰਹੇ ਹੋ ਤੇ ਤੁਸੀਂ ਕਿੱਥੇ ਜਾਣਾ ਹੈ, ਕੌਣ ਤੁਹਾਨੂੰ ਬੁਲਾ ਰਿਹਾ ਹੈ, ਤੁਹਾਡੀ ਮੀਟਿੰਗ ਕਾਨਫਰੰਸ ਕਿੱਥੇ ਹੈ। ਸੋ ਇੱਦਾਂ ਦੇ तमाम ਕੁਐਸਚਨਸ ਹੈ ਜਿਹੜੇ ਤੁਹਾਨੂੰ DS-160 ਫਾਰਮ ਵਿੱਚ ਭਰਨੇ ਪੈਂਦੇ ਹਨ। ਜੋ ਮੇਰੀ ਪਿਛਲੇ 8-10 ਸਾਲ ਦੀ ਐਕਸਪੀਰੀਅੰਸ ਰਿਹਾ ਹੈ ਉਹਦੇ ਚੋਂ ਇਹੀ ਪਤਾ ਚੱਲਿਆ ਹੈ ਕਿ B1 B2 ਵੀਜ਼ਾ ਦੇ ਵਿੱਚ DS-160 ਫਾਰਮ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਬਿਕੋਜ਼ ਉਹ ਐਕਚੁਅਲੀ ਤੁਹਾਡੀ ਟਰੂ ਪਿਕਚਰ ਦਿਖਾਉਂਦਾ ਹੈ ਵੀਜ਼ਾ ਆਫਿਸਰ ਨੂੰ, ਕਿਉਂਕਿ ਕਈ ਵਾਰ ਤੁਸੀਂ ਬੋਲ ਕੁਛ ਰਹੇ ਹੁੰਦੇ ਹੋ ਭਰਿਆ ਕੁਛ ਹੁੰਦਾ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਸਮਝਾਉਣਾ। 2-4 ਦਿਨ ਪਹਿਲਾਂ ਮੇਰੇ ਕੇਸ ਆਇਆ, ਉਹ ਐਪਲੀਕੈਂਟ ਸੀਗਾ ਪਟਿਆਲਾ ਤੋਂ। ਉਹ ਇੱਕ B2 ਵੀਜ਼ਾ ਲਈ ਜਾ ਰਿਹਾ ਸੀਗਾ ਜਿਹਨੂੰ ਟੂਰਿਸਟ ਵੀਜ਼ਾ ਕਹਿੰਦੇ ਆ, ਰਾਈਟ। ਬਟ ਉਹਨੇ ਕੋਈ ਵੀ ਆਈਟਨਰੀ ਨਹੀਂ ਬਣਾਈ। ਆਈਟਨਰੀ ਦਾ ਮਤਲਬ ਕਿ ਤੁਹਾਡੇ ਆਉਣ ਜਾਣ ਦੀਆਂ ਟਿਕਟਾਂ ਬੁੱਕ ਹੋਣੀਆਂ ਜਾਂ ਤੁਹਾਡਾ ਉੱਥੇ ਹੋਟਲ ਦਾ ਸਟੇ ਬੁੱਕ ਹੋਣਾ। ਬਟ DS-160 ਫਾਰਮ 'ਚ ਉਹਨੇ ਇਹ ਮੈਂਸ਼ਨ ਕਰਤਾ, ਜਸ ਆਈ ਹੈਵ ਕ੍ਰੀਏਟਡ ਐਨ ਆਈਟਨਰੀ ਫॉर ਮਾਈ ਵਿਜ਼ਿਟ। ਤੇ ਆਈਟਨਰੀ ਵਿੱਚ ਭਾਜੀ ਨੇ ਪਾਇਆ ਕਿ ਵੀ ਮੈਂ ਇੱਥੋਂ ਕਿਹੜੀ ਫਲਾਈਟ ਤੇ ਜਾਣਾ ਹੈ, ਉਹ 'ਚ ਪਾਤਾ ਦਿੱਲੀ। ਉੱਥੇ ਕਿਹੜੀ ਫਲਾਈਟ ਤੇ ਕਿਹੜੇ 에ਅਰਪੋਰਟ ਤੇ ਉਤਰਨਾ, ਉਹ ਪਾਤਾ ਮੈਕਸੀਕੋ। ਸੋ ਇਹ ਕਿਸ ਤਰੀਕੇ ਦੀ ਆਈਟਨਰੀ ਹੋਈ? ਅੱਗੇ ਮੈਂਸ਼ਨ ਕੀਤਾ ਗਿਆ ਤੁਹਾਨੂੰ ਬੁਲਾਇਆ ਕਿਹਨੇ ਆ, ਕਿਸੇ ਵੀ ਬੰਦੇ ਦਾ ਨਾਮ ਪਾਤਾ। ਸੋ ਇਹ ਇੱਕ ਸਿਰਫ ਓਪਨ ਐਂਡ ਸ਼ਟ ਕੇਸ ਹੈ ਜਿਹਦੇ ਵਿੱਚ ਤੁਸੀਂ ਬਿਲਕੁਲ ਰੋਂਗ ਇਨਫੋਰਮੇਸ਼ਨ ਦੇ ਰਹੇ ਹੋ। DS-160 ਵਿੱਚ ਤੁਸੀਂ ਕੁਛ ਵੀ ਕਰੋ, DS-160 ਵਿੱਚ ਆਪਣੀ ਟਰੂ ਇਨਫੋਰਮੇਸ਼ਨ ਦੇਣੀ ਹੈ। ਹਾਂ, ਜੇ ਪਹਿਲਾਂ ਰਿਫਿਊਜ਼ ਹੋਏ ਤਾਂ ਉੱਤੇ ਮੈਂਸ਼ਨ ਕਰੋ। ਹਾਂ, ਜੇ ਤੁਹਾਡੀ ਪਹਿਲਾਂ ਪਟੀਸ਼ਨ ਲੱਗੀ ਹੈ ਤਾਂ ਉੱਤੇ ਜ਼ਰੂਰ ਮੈਂਸ਼ਨ ਕਰੋ। ਕਿਸੇ ਹੋਰ ਵੀਜ਼ਾ ਲਈ ਵੀ ਅਪਲਾਈ ਕੀਤਾ ਤੁਸੀਂ ਉਹ ਮੈਂਸ਼ਨ ਕਰੋ। ਸੋ DS-160 ਵਿੱਚ ਤੁਸੀਂ ਇੱਕ ਇਨਫੋਰਮੇਸ਼ਨ ਉਹ ਪਾਉਣੀ ਹੈ ਜਿਹੜੀ ਟਰੂ ਐਂਡ ਜੈਨੂਇਨ ਹੈ, ਰਾਈਟ। ਸੋ ਇਸ ਤੋਂ ਅੱਗੇ ਆਉਂਦਾ ਹੈ ਕਿ ਕਿਹੜੀ ਐਮਬੈਸੀ ਚੂਜ਼ ਕੀਤੀ ਜਾਵੇ। B1 B2 ਦੀ ਸਕਸੈਸ ਇਸ ਚੀਜ਼ ਤੇ ਵੀ ਮੈਟਰ ਕਰਦੀ ਹੈ ਕਿ ਤੁਸੀਂ ਕਿਹੜੀ ਐਮਬੈਸੀ ਚੂਜ਼ ਕਰ ਰਹੇ ਹੋ। ਜਿਵੇਂ ਕਿ ਆਪਣੇ ਕੋਲ ਬਹੁਤ ਸਾਰੇ ਸਟੂਡੈਂਟ ਹੈ ਕੋਲਕਾਤਾ ਕੌਂਸਲੇਟ ਲੈ ਲੈਂਦੇ ਹਨ।
ਸਟੂਡੈਂਟ ਇੱਕ ਰੀਸੈਂਟ ਕੇਸ ਮੇਰੇ ਕੋ ਹੋਇਆ ਜਿਹਦੇ ਵਿੱਚ ਐਪਲੀਕੈਂਟ ਨੇ ਕੋਲਕਾਤਾ ਕੌਂਸਲੇਟ ਲੈ ਲਿਆ। ਹੁਣ ਕੋਲਕਾਤਾ ਕੌਂਸਲੇਟ ਇੱਥੇ ਹੈ ਜਿੱਥੇ ਟਰਾਂਸਲੇਟਰ ਜਾਂ ਇੰਟਰਪ੍ਰੀਟਰ ਬਹੁਤ ਘੱਟ ਹੁੰਦੇ ਹਨ। ਉਹਨੇ ਜਾ ਕੇ ਡਿਮਾਂਡ ਕੀਤਾ ਕਿ ਮੈਨੂੰ ਟਰਾਂਸਲੇਟਰ ਦਿੱਤਾ ਜਾਵੇ ਬਿਕੋਜ਼ ਉਹਦੀ ਇੰਗਲਿਸ਼ ਉਨੀ ਬੈਟਰ ਨਹੀਂ ਸੀ ਬਟ ਉਨੀ ਵੀਕ ਵੀ ਨਹੀਂ ਸੀ। ਉਹਨੂੰ ਡਿਨਾਈ ਕੀਤਾ ਗਿਆ। ਫਿਰ ਉਹ ਵੀਜ਼ਾ ਆਫਿਸਰ ਨੂੰ ਜਾ ਕੇ ਬੋਲਿਆ ਕਿ ਮੈਨੂੰ ਟਰਾਂਸਲੇਟਰ ਚਾਹੀਦਾ ਹੈ। ਉਹਦੇ ਪੁੱਛਣ ਦਾ ਤਰੀਕਾ ਕੀ ਸੀਗਾ, ਆਈ ਨੀਡ ਟਰਾਂਸਲੇਟਰ। ਜਦੋਂ ਉਹਨੇ ਇੰਨੀ ਗੱਲ ਬੋਲੀ ਆਈ ਨੀਡ ਟਰਾਂਸਲੇਟਰ, ਦੈਟ ਮੀਨਸ ਉਹ ਸਮਝ ਗਿਆ ਕਿ ਇਹ ਜਾਣਬੁੱਝ ਕੇ ਟਰਾਂਸਲੇਟਰ ਲੈਣਾ ਚਾਹੁੰਦਾ, ਇੰਗਲਿਸ਼ ਥੋੜੀ ਤਾਂ ਠੀਕ ਹੈ। ਸੋ ਉਹਨੇ ਕੰਪਲੀਟਲੀ ਡਿਨਾਈ ਕਰਤਾ ਤੇ ਅੱਗੇ ਦਾ ਜਿਹੜਾ ਇੰਟਰਵਿਊ ਚੱਲਿਆ ਇੰਗਲਿਸ਼ ਵਿੱਚ ਚੱਲਿਆ, ਆਫ ਕੋਰਸ ਉਹਨੂੰ ਰਿਫਿਊਜ਼ਲ ਮਿਲਿਆ। ਸੋ ਜੇ ਤੁਸੀਂ B1 B2 ਲਈ ਜਾਣਾ ਚਾਹੁੰਦੇ ਹੋ ਰਾਈਟ, ਅਤੇ ਤੁਹਾਡੀ ਜਿਹੜੀ ਉਮਰ ਹੈ 40 ਤੋਂ ਘੱਟ ਹੈ ਅਤੇ ਤੁਹਾਡੇ ਜਿਹੜੇ ਤੁਸੀਂ ਉੱਤੇ ਇਨਫੋਰਮੇਸ਼ਨ ਪਾਈ ਜੇ ਇਹ ਮੈਂਸ਼ਨ ਕੀਤਾ ਕਿ ਤੁਸੀਂ ਬੈਚਲਰਸ ਕੀਤੀ ਹੈ, ਸੋ ਤੁਹਾਨੂੰ ਟਰਾਂਸਲੇਟਰ ਮਿਲਣ ਦੇ ਚਾਂਸਸ ਥੋੜੇ ਘੱਟ ਹਨ। ਬਟ ਜੇ ਤੁਸੀਂ ਬਾਰ-ਬਾਰ ਉਹਨਾਂ ਨੂੰ ਜ਼ੋਰ ਪਾਓਗੇ ਉਹ ਤੁਹਾਨੂੰ ਡੈਫੀਨੇਟਲੀ ਟਰਾਂਸਲੇਟਰ ਦੇਣਗੇ। ਬਟ ਉਹ ਜਲਦੀ ਕਿੱਥੇ ਮਿਲਦਾ, ਮਿਲਦਾ ਮੁੰਬਈ ਦੇ ਵਿੱਚ। ਅਸੀਂ ਕੁਛ F2 ਵੀਜ਼ਾ ਜਿਹਨੂੰ ਸਪਾਊਸ ਵੀਜ਼ਾ ਕਹਿੰਦੇ ਆ, ਉਹ ਅਸੀਂ ਇਸ ਤਰ੍ਹਾਂ ਦੇ ਵੀਜ਼ਾ ਕੱਢੇ ਹਨ ਜਿਹਦੇ ਵਿੱਚ ਇੱਕ ਐਪਲੀਕੈਂਟ ਸੀਗਾ ਜਿਹੜਾ ਸਰਕਾਰੀ ਨੌਕਰੀ ਕਰ ਰਿਹਾ ਸੀਗਾ, ਫਿਰ ਵੀ ਉਹਨੇ ਜਦੋਂ ਬਾਰ-ਬਾਰ ਬੋਲਿਆ ਤਾਂ ਉਹਨੂੰ ਟਰਾਂਸਲੇਟਰ ਮਿਲਿਆ ਹੈ। ਸੋ ਜੇ ਤੁਹਾਨੂੰ ਟਰਾਂਸਲੇਟਰ ਮਿਲ ਜਾਂਦਾ ਹੈ ਜਾਂ ਇੰਟਰਪ੍ਰੀਟਰ ਮਿਲਦਾ ਹੈ, ਉਹਦਾ ਮਤਲਬ ਕੀ ਹੈ ਕਿ ਤੁਹਾਡੇ ਜਿਹੜੇ ਥਾਟਸ ਹੈ ਉਹ ਬੜੀ ਕਲੈਰਿਟੀ ਨਾਲ ਵੀਜ਼ਾ ਆਫਿਸਰ ਤੱਕ ਜਾ ਰਹੇ ਹਨ ਬਿਕੋਜ਼ ਸਮਵਨ ਇਜ਼ देयर ਟੂ ਸਪੀਕ ਇਨ ਇੰਗਲਿਸ਼ ਔਨ ਯੋਰ ਬਿਹਾਫ। ਸੋ ਤੁਸੀਂ ਪੰਜਾਬੀ 'ਚ ਬੋਲੋਗੇ, ਉਹ ਬੰਦਾ ਨੂੰ ਟਰਾਂਸਲੇਟ ਕਰਕੇ ਵੀਜ਼ਾ ਆਫਿਸਰ ਨੂੰ ਦੱਸੇਗਾ। ਸੋ ਇਸ ਕੇਸ ਵਿੱਚ ਵੀਜ਼ਾ ਆਉਣ ਦੇ ਚਾਂਸਸ ਬਹੁਤ ਵਧੀਆ ਹੁੰਦੇ ਨੇ। ਸੋ ਜਨਰਲੀ ਗੱਲ ਕਰੀਏ, ਜੇ ਕੋਈ ਬਿਜ਼ਨਸ ਵੀਜ਼ਾ ਤੇ ਜਾ ਰਿਹਾ ਹੈ ਉਹਨੂੰ ਕੁਐਸਚਨਿੰਗ ਕਿੱਦਾਂ ਦੀ ਹੁੰਦੀ ਹੈ? ਸੋ ਕੁਐਸਚਨਿੰਗ ਕੀ ਹੋਏਗੀ ਉਹਨੂੰ ਕਿ ਤੁਸੀਂ ਕੀ ਕਰਦੇ ਹੋ, ਪਹਿਲਾਂ ਤਾਂ ਉਹਦੀ ਪ੍ਰੋਫਾਈਲ ਬਾਰੇ ਰਾਈਟ, ਕਿੰਨੇ ਸਾਲ ਤੋਂ ਬਿਜ਼ਨਸ ਕਰ ਰਹੇ ਹੋ, ਵਟਸ ਯੂਅਰ ਇਨਕਮ, ਇਹ ਕੁਐਸਚਨ ਹਮੇਸ਼ਾ ਪੁੱਛਿਆ ਜਾਂਦਾ। ਦੈਨ ਤੁਹਾਡੇ ਕੋਲ ਐਸੈਟਸ ਕੀ ਹਨ, ਐਸੈਟਸ ਮਤਲਬ ਤੁਹਾਡੀ ਪ੍ਰੋਪਰਟੀ ਕੀ ਹੈ ਉਹਦੇ ਬਾਰੇ ਜਾਣਕਾਰੀ ਦਿਓ। ਤੁਸੀਂ ਮਹੀਨੇ ਦਾ ਕਿੰਨਾ ਕਮਾਉਂਦੇ ਹੋ, ਤੁਹਾਡੇ ਅੰਡਰ ਕਿੰਨੇ EMPLOYEES ਕੰਮ ਕਰਦੇ ਹਨ, ਕਿਸ ਤਰੀਕੇ ਦਾ ਬਿਜ਼ਨਸ ਹੈ ਤੁਹਾਡਾ, ਪਹਿਲਾਂ ਕਿਸੇ ਹੋਰ ਕੰਟਰੀ ਲਈ ਅਪਲਾਈ ਕੀਤਾ ਹੈ। ਸੋ ਥੀਸ ਕਾਈਂਡ ਆਫ ਕੁਐਸਚਨਸ ਕੈਨ ਬੀ ਆਸਕਡ ਟੂ ਦਾ B1 ਹੋਲਡਰ। ਇਹ ਸਿਰਫ ਪ੍ਰੋਫਾਈਲ ਨਾਲ ਰਿਲੇਟਡ ਕੁਐਸਚਨਸ। ਨੈਕਸਟ ਆਉਂਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ, ਉਹ ਇਵੈਂਟ ਕਿੱਥੇ ਹੋਣ ਵਾਲਾ ਹੈ। ਲੈਟਸ ਸਪੋਜ਼ ਕਿਸੇ ਐਗਜ਼ੀਬਿਸ਼ਨ ਤੇ ਜਾ ਰਹੇ ਹੋ, ਤੁਹਾਨੂੰ ਉਸ ਐਗਜ਼ੀਬਿਸ਼ਨ ਦਾ ਜਿਹੜਾ ਓਨਰ ਹੈ ਜਾਂ ਜਿਹਨੇ ਆਰਗੇਨਾਈਜ਼ ਕੀਤਾ ਹੈ ਉਹਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਬਿਕੋਜ਼ ਐਗਜ਼ੀਬਿਸ਼ਨ ਤੇ ਜਾ ਰਹੇ ਹੋ ਤੁਹਾਡੇ ਕੋਲ ਇਨਵੀਟੇਸ਼ਨ ਹੋਏਗਾ, ਉਸ ਇਨਵੀਟੇਸ਼ਨ ਦੇ ਸਭ ਕੁਝ ਮੈਂਸ਼ਨ ਹੁੰਦਾ ਹੈ। ਸੋ ਅਗਰ ਐਗਜ਼ੀਬਿਸ਼ਨ ਤੇ ਜਾ ਰਹੇ ਹੋ ਤਾਂ ਤੁਹਾਨੂੰ ਸਾਰੀ ਡਿਟੇਲ ਪਤਾ ਹੋਣੀ ਚਾਹੀਦੀ ਹੈ। ਐਗਜ਼ੀਬਿਸ਼ਨ ਕਿੱਥੇ ਹੋਣ ਵਾਲਾ ਹੈ, ਕਿੰਨੇ ਡੇਜ਼ ਦਾ ਐਗਜ਼ੀਬਿਸ਼ਨ ਹੈ, ਤੁਸੀਂ ਕਿੰਨੇ ਦਿਨ ਉੱਥੇ ਸਟੇ ਕਰਨਾ ਹੈ। ਅੱਛਾ, ਐਗਜ਼ੀਬਿਸ਼ਨ ਤੋਂ ਬਾਅਦ ਤੁਹਾਡਾ ਸਟੇ ਕਿੱਥੇ ਆ, ਉਸ ਹੋਟਲ ਦਾ ਨਾਮ, ਉਸ ਹੋਟਲ ਦਾ ਐਡਰੈਸ, ਉਸ ਹੋਟਲ ਦਾ ਕੰਟੈਕਟ ਨੰਬਰ। ਜੇ ਤੁਸੀਂ ਐਗਜ਼ੀਬਿਸ਼ਨ ਤੋਂ ਬਾਅਦ ਕਿਸੇ ਫਰੈਂਡ ਕੋ ਜਾਣਾ ਹੈ ਤੇ ਉਹਦੀ ਪੂਰੀ ਡਿਟੇਲ, ਜਾਂ ਐਗਜ਼ੀਬਿਸ਼ਨ 4 ਦਿਨ ਦਾ ਹੈ ਤੁਸੀਂ ਪਲਾਨ ਕੀਤਾ 15 ਦਿਨ ਦਾ, ਬਾਕੀ 10-12 ਦਿਨ ਕੀ ਕਰਨਾ ਹੈ ਉਹਦੀ ਪੂਰੀ ਡਿਟੇਲ। ਸੋ ਇਨ ਸ਼ਾਰਟ ਤੁਹਾਡੀ ਪ੍ਰੋਫਾਈਲ ਤੇ ਜਿਸ ਕੰਮ ਲਈ ਜਾ ਰਹੇ ਹੋ ਉਹਦੀ ਪੂਰੀ ਡਿਟੇਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਜਾ ਰਹੇ ਹੋ ਆਪਣਾ ਵਿਜ਼ਟਰ ਵੀਜ਼ਾ ਲਈ, ਕਿਸੇ ਨੂੰ ਵਿਜ਼ਿਟ ਕਰਨ ਜਾ ਰਹੇ ਹੋ, ਕਿਸੇ ਨੂੰ ਮਿਲਣ ਜਾ ਰਹੇ ਹੋ, ਉਸ ਵਿੱਚ ਤੁਹਾਡੀ ਪ੍ਰੋਫਾਈਲ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਦੈਟ ਵਾਟ ਯੂ ਡੂ। ਜੇ ਜੌਬ ਕਰਦੇ ਹੋ ਤੇ ਤੁਸੀਂ ਜੌਬ ਕਿੱਥੇ ਕਰਦੇ ਹੋ, ਤੁਹਾਡੇ ਇੰਪਲਾਇਰ ਦਾ ਐਡਰੈਸ, ਇਸ ਤੋਂ ਇਲਾਵਾ ਇੰਪਲਾਇਰ ਦਾ ਕੰਟੈਕਟ ਨੰਬਰ, ਇਸ ਤੋਂ ਇਲਾਵਾ ਰਾਈਟ, ਇਸ ਤੋਂ ਇਲਾਵਾ ਤੁਹਾਡੀ ਕਿੰਨੀ ਸੈਲਰੀ ਹੈ, ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ। ਹਾਂ, ਜੇ ਤੁਸੀਂ 6 ਮਹੀਨੇ ਤੋਂ ਵੀ ਕੰਮ ਕਰ ਰਹੇ ਹੋ ਤੁਸੀਂ ਬੋਲ ਸਕਦੇ ਹੋ ਮੈਂ 6 ਸਾਲ ਤੋਂ ਕਰ ਰਿਹਾ, ਉਹ ਕਿਸੇ ਤਰੀਕੇ ਨਾਲ ਵੈਰੀਫਾਈ ਨਹੀਂ ਕਰਦੇ। ਬਟ ਤੁਸੀਂ ਜੇ ਇਹ ਸ਼ੋ ਕਰਦੇ ਹੋ ਕਿ ਮੈਂ 1 ਸਾਲ ਤੋਂ ਕੰਮ ਕਰ ਰਿਹਾ, ਵੀਜ਼ਾ ਆਉਣ ਦੇ ਚਾਂਸਸ ਬਹੁਤ ਘੱਟ ਹਨ। ਸੋ ਇਹ ਸਭ ਚੀਜ਼ਾਂ ਤੁਸੀਂ ਥੋੜ੍ਹੀਆਂ ਜਿਹੀਆਂ ਧਿਆਨ ਵਿੱਚ ਰੱਖਣੀਆਂ ਹਨ। ਜਾਂ ਇਸ ਤੋਂ ਇਲਾਵਾ ਤੁਸੀਂ ਇਕੱਲੇ ਘੁੰਮਣ ਹੀ ਜਾਣਾ ਹੈ ਤਾਂ ਤੁਹਾਡੇ ਕੋਲ ਪੂਰੀ ਡਿਟੇਲ ਹੋਣੀ ਚਾਹੀਦੀ ਹੈ। ਮਤਲਬ ਪਹਿਲਾਂ ਤੁਹਾਡੀ ਪ੍ਰੋਫਾਈਲ ਬਾਰੇ ਕੁਛ ਨਹੀਂ, ਦੂਜਾ ਕਿੱਥੇ ਜਾਣਾ, ਕਿਹੜੀਆਂ ਲੋਕੇਸ਼ਨ ਤੁਸੀਂ ਚੂਜ਼ ਕੀਤੀਆਂ ਹੈ, ਕੀ ਤੁਸੀਂ ਪਹਿਲਾਂ ਹੋਰ ਕਿਸੇ ਕੰਟਰੀ ਵਿਜ਼ਿਟ ਕੀਤਾ ਹੈ ਰਾਈਟ। ਹਾਂ, ਜੇ ਤੁਹਾਡੀ ਏਜ 20 ਈਅਰਸ ਦੇ ਆਸ-ਪਾਸ ਹੈ ਜਾਂ 20 ਤੋਂ 30 ਸਾਲ ਵਿੱਚ ਹੈ ਤਾਂ ਤੁਹਾਨੂੰ ਟੂਰਿਸਟ ਵੀਜ਼ਾ ਮਿਲਣ ਦੇ ਚਾਂਸਸ ਘੱਟ ਹਨ। ਟੂਰਿਸਟ ਵੀਜ਼ਾ ਉਹਨਾਂ ਨੂੰ ਮਿਲਦਾ ਹੈ ਜਿਹੜੇ ਯੂਰਪ ਘੁੰਮੇ ਆ ਜਾਂ ਜਿਹੜੇ ਕੈਨੇਡਾ ਘੁੰਮੇ ਹਨ, ਜਾਂ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ। ਇੱਦਾਂ ਕਿੱਦਾਂ ਹੋ ਸਕਦਾ ਹੈ ਕਿ ਬੰਦਾ ਕਦੀ ਪੰਜਾਬ ਤੋਂ ਬਾਹਰ ਨਾ ਗਿਆ ਹੋਵੇ ਤੇ ਰਾਤੋਂ ਰਾਤ ਬੈਠਾ ਸੋਚ ਲਓ ਮੈਂ USA ਘੁੰਮਣ ਜਾਣਾ ਹੈ। ਇਹ ਸਭ ਚੀਜ਼ਾਂ ਦਾ ਬਹੁਤ ਇੰਪੈਕਟ ਪੈਂਦਾ ਹੈ ਜਦੋਂ ਤੁਸੀਂ ਆਪਣੀ ਟੂਰਿਸਟ ਲਈ ਫਾਈਲ ਲਾਣੀ ਹੈ। ਸੋ ਮੇਰੀ ਸਲਾਹ ਇਹੀ ਹੈ, ਜੇ ਟੂਰਿਸਟ ਵੀਜ਼ਾ ਲਈ ਜਾਣਾ ਚਾਹੁੰਦੇ ਹੋ, ਜੇ ਤੁਹਾਡੀ ਪ੍ਰੋਫਾਈਲ ਬਹੁਤ ਸਟਰੋਂਗ ਆ, ਤੁਸੀਂ ਮਲਟੀ ਮਿਲੀਨੀਅਰ ਹੋ, 20 ਲੱਖ ਦੀ ਰਿਟਰਨ ਹਰ ਸਾਲ ਦੀ ਭਰਦੇ ਹੋ, ਤੁਹਾਡਾ ਵਧੀਆ ਬਿਜ਼ਨਸ ਹੈਗਾ ਜਾਂ ਵਧੀਆ ਜੌਬ ਹੈ, ਚੰਗਾ TDS ਕਟਾ ਰਹੇ ਹੋ, ਤਾਂ ਤੁਸੀਂ ਜ਼ਰੂਰ ਅਪਲਾਈ ਕਰੋ। ਇਹ ਸਿਰਫ USA ਲਈ ਅਪਲਾਈ ਨਹੀਂ ਕਰਦਾ, ਇਹ UK ਕੈਨੇਡਾ ਲਈ ਵੀ ਇਹ ਅਪਲਾਈ ਹੁੰਦਾ ਕਿ ਬਹੁਤ ਅੱਛੀ ਪ੍ਰੋਫਾਈਲ ਹੋਵੇ ਤੇ ਈਜ਼ੀਲੀ ਟੂਰਿਸਟ ਵੀਜ਼ਾ ਮਿਲਦਾ ਹੈ। ਸੋ ਅੱਗੇ ਗੱਲ ਕਰੀਏ, ਇਹ ਬਹੁਤ ਸਾਰੇ ਤਰੀਕੇ ਦੇ ਕੁਐਸਚਨ ਹਨ ਜਿਹੜੇ ਤੁਹਾਨੂੰ ਪ੍ਰੀਪੇਅਰਡ ਹੋਣੇ ਚਾਹੀਦੇ ਹੋ। ਜੇ ਸੀਨੀਅਰ ਸਿਟੀਜ਼ਨ ਹੋ ਜਾਂ ਤੁਸੀਂ ਰਿਟਾਇਰਡ ਹੋ ਤੇ ਤੁਹਾਡੀ ਰਿਟਾਇਰਮੈਂਟ ਦੀ ਇਨਫੋਰਮੇਸ਼ਨ, ਕੀ ਕੰਮ ਕਰਦੇ ਸੀਗੇ, ਕਿਉਂ ਜਾਣਾ ਚਾਹੁੰਦੇ ਹੋ, ਕਿੰਨੀ ਦੇਰ ਲਈ ਜਾਣਾ ਚਾਹੁੰਦੇ ਹੋ, ਕਿੰਨਾ ਕਮਾਉਂਦੇ ਹੋ, ਕਿੰਨੇ ਐਸੈਟਸ ਹੈ, ਇਹਦੇ ਬਾਰੇ ਕੁਐਸਚਨਸ ਪੁੱਛੇ ਜਾਂਦੇ ਹਨ। ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਯਾਰ ਇਹ ਬੜਾ ਕੰਪਲੀਕੇਟਡ ਜਿਹਾ ਕੰਮ ਲੱਗ ਰਿਹਾ ਹੈ, ਆਈ ਨੀਡ ਸਮਵਨ ਹੂ ਇਜ਼ ਰੀਅਲੀ ਐਕਸਪੀਰੀਅੰਸਡ ਇਨ ਦਿਸ ਜੌਬ, ਦੈਨ ਵੀ ਆਰ ਹੇਅਰ ਫॉर ਯੂ।
ਅਸੀਂ ਐਕਸਪਰਟਿਜ਼ ਰੱਖਦੇ ਹਾਂ, ਬਹੁਤ ਸਾਰੇ B1 B2 ਵੀਜ਼ਾ ਅਸੀਂ ਕਢਾਏ ਹਨ। ਸਾਨੂੰ ਐਗਜ਼ੈਕਟਲੀ ਪਤਾ ਹੁੰਦਾ ਹੈ ਕਿ ਕਿਹੜੇ ਕੁਐਸਚਨ ਪੁੱਛੇ ਜਾਣੇ ਆ, DS 160 ਕਿੱਦਾਂ ਫਿਲ ਕਰਨਾ ਹੈ, ਕਿਹੜੇ ਕੌਂਸਲੇਟ ਦੀ ਤੁਸੀਂ ਅਪਾਇੰਟਮੈਂਟ ਲੈਣੀ ਹੈ। ਇੱਕ ਬੜਾ ਪ੍ਰਚਾਰ ਹੋ ਰਿਹਾ ਕਿ 2025 ਦੀ ਅਪਾਇੰਟਮੈਂਟ ਮਿਲ ਰਹੀ ਹੈ, ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਹੈ। IBT ਕੋ 1-2 ਮਹੀਨੇ ਬਾਅਦ ਦੀਆਂ ਵੀ ਅਪਾਇੰਟਮੈਂਟਸ ਅਵੇਲੇਬਲ ਹਨ। ਤੁਸੀਂ ਇਹ ਗੱਲ ਸੋਚ ਕੇ ਆਪਣਾ ਪਲਾਨ ਡ੍ਰੌਪ ਨਾ ਕਰਨਾ ਕਿ USA ਦੀ ਅਪਾਇੰਟਮੈਂਟ ਨਹੀਂ ਮਿਲਦੀ। ਗੂਗਲ ਤੇ ਦੇਖੋਗੇ 2025 ਦੱਸੇਗਾ, ਬਟ ਯੈਸ ਸਾਡੇ ਕੋ ਅਪਾਇੰਟਮੈਂਟਸ ਰਹਿੰਦੀਆਂ ਹਨ, ਕਿਉਂਕਿ ਅਸੀਂ ਆਬਜ਼ਰਵ ਕਰਦੇ ਰਹਿੰਦੇ ਹਾਂ ਕਦੋਂ ਅਪਾਇੰਟਮੈਂਟ ਖੁੱਲਦੀ ਹੈ। ਮਤਲਬ ਜੇ ਗੂਗਲ ਤੁਹਾਨੂੰ 2025 ਦਿਖਾ ਰਿਹਾ, ਮਤਲਬ ਇਹ ਨਹੀਂ ਕਿ 2025 ਹੀ ਹੈ। ਉਹ ਵੀਕ ਵਿੱਚ ਇੱਕ ਵਾਰੀ ਇਦਾਂ ਦਾ ਟਾਈਮ ਆਉਂਦਾ ਜਦੋਂ ਤੁਹਾਨੂੰ ਨਵੰਬਰ ਦਸੰਬਰ ਦੀ ਡੇਟ ਵੀ ਮਿਲ ਰਹੀ ਹੁੰਦੀ ਹੈ। ਸੋ ਤੁਸੀਂ ਇਸ ਚੀਜ਼ ਨੂੰ ਲੈ ਕੇ ਬਿਲਕੁਲ ਪਰੇਸ਼ਾਨ ਨਾ ਹੋਣਾ। ਹਾਂ, ਜੇ ਫਸਟ ਟਾਈਮ ਵਿੱਚ ਆਪਣਾ B1 B2 ਦਾ ਵੀਜ਼ਾ ਕੱਢਣਾ ਚਾਹੁੰਦੇ ਹੋ, ਇੱਕ ਵਾਰ ਤੁਸੀਂ IBT ਓਵਰਸੀਜ਼ ਜ਼ਰੂਰ ਵਿਜ਼ਿਟ ਕਰੋ। ਤੁਸੀਂ ਮੈਨੂੰ ਜਲੰਧਰ ਆ ਕੇ ਮਿਲ ਸਕਦੇ ਹੋ। ਹਾਂ, ਜੇ ਤੁਸੀਂ ਮੈਨੂੰ ਚੰਡੀਗੜ੍ਹ, ਲੁਧਿਆਣਾ ਜਾਂ ਅੰਮ੍ਰਿਤਸਰ ਮਿਲਣਾ ਹੈ, ਉਹਦੇ ਲਈ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਪਾਇੰਟਮੈਂਟ ਬੁੱਕ ਕਰਨ ਲਈ ਤੁਸੀਂ 8677812345 ਤੇ ਕਾਲ ਕਰਨਾ ਹੈ। ਹਾਂ, ਆਲਰੇਡੀ ਜੇ ਰਿਫਿਊਜ਼ਡ ਹੋ ਤੁਸੀਂ B1 B2 ਵੀਜ਼ਾ ਵਿੱਚੋਂ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪ ਅਪਲਾਈ ਕੀਤਾ ਸੀ, ਕੋਈ ਕਮੀ ਰਹਿ ਗਈ ਜਾਂ ਕਿਸੇ ਏਜੰਟ ਨੇ ਤੁਹਾਡੀ ਪ੍ਰੋਫਾਈਲ ਖਰਾਬ ਕੀਤੀ ਹੈ, ਇੱਕ ਵਾਰ ਮੈਨੂੰ ਆ ਕੇ ਜ਼ਰੂਰ ਮਿਲੋ। ਹੋ ਸਕਦਾ ਤੁਹਾਡਾ ਵੀਜ਼ਾ ਮੇਰੇ ਥਰੂ ਹੀ ਲੱਗਣਾ ਹੋਵੇ। ਇਸ ਤਰ੍ਹਾਂ ਦੀ ਵੀਡੀਓਸ ਅਸੀਂ ਹੋਰ ਵੀ ਬਹੁਤ ਜ਼ਿਆਦਾ ਅਪਲੋਡ ਕਰਦੇ ਰਹਿੰਦੇ ਹਨ, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਨਸਟੈਂਟ ਉਹਦਾ ਅਲਰਟ ਮਿਲੇ ਤਾਂ IBT ਦਾ ਜਿਹੜਾ YouTube ਚੈਨਲ ਆ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।